4-5 पैसेजेस बार बार बदल के इंटरनेट पे आ चुके हैं। एग्जाम्स ਦੇ ਵਿੱਚ ਵੀ ਲਗਾਤਾਰ ਐਡਸ ਤੇ ਕੋਈ ਨਾ ਕੋਈ 2-3 ਮਹੀਨੇ ਬਾਅਦ ਆਉਂਦਾ ਹੀ ਰਹਿੰਦਾ, ਠੀਕ ਹੈ। The only way to complete reading is to match your keywords, find out the lines where you would find a particular material or the keywords according to the question, and later look for the 2 or 3 lines that have been written, ठीक है। ਉਹ ਜਿਹੜੀਆਂ ਲਾਈਨਾਂ ਲਿਖੀਆਂ ਹੋਈਆਂ ਉਹਨਾਂ ਤੇ ਧਿਆਨ ਦਿਓ, ਉੱਥੇ ਹੀ ਆਨਸਰ ਪਿਆ ਹੋਇਆ, ਇੱਧਰ ਉੱਧਰ ਨਾ ਰੱਖੋ, ਠੀਕ ਹੈ। ਤੇ ਸਿੰਪਲ ਜੀ ਗੱਲ ਹੈ, ਜਿਹੜੇ ਬੱਚਿਆਂ ਨੂੰ ਕੀਵਰਡ ਵੀ ਨਹੀਂ ਲੱਭਦੇ ਪਏ ਉਹਨਾਂ ਨੂੰ ਫਿਰ ਇਹੀ ਹੁੰਦਾ ਹੈ ਕਿ ਯਾਰ ਮੈਂ ਆਨਸਰ ਲਾ ਤਾਂ ਦਿੱਤਾ, ਪਤਾ ਨਹੀਂ ਇਹ ਸਹੀ ਹੋਊਗਾ ਕਿ ਨਹੀਂ। ਜੇ ਕੀਵਰਡ ਪਤਾ ਹੈ, ਸਹੀ ਜਗ੍ਹਾ ਤੋਂ ਆਨਸਰ ਲੱਭਦੇ ਪਏ, ਤੁਹਾਨੂੰ ਸ਼ੋਰਿਟੀ ਹੋ ਜਿੰਨਾ ਟਾਈਮ ਤੱਕ ਤੁਸੀਂ ਮਤਲਬ ਕੱਢ ਪਾ ਰਹੇ। ਹੁਣ ਕੁਐਸਚਨ ਨੰਬਰ 1, why do termites have a system of vents? Vents ਕੀ ਹੁੰਦੇ ਹੈ? ਵੈਂਟ ਕੀ ਹੁੰਦੇ ਹੈ? ਵੈਂਟ ਵੈਂਟੀਲੇਟਰ ਸੁਣਿਆ ਹੈ? ਹਸਪਤਾਲ ਵਾਲਾ ਨਹੀਂ, ਦੂਸਰਾ ਕਿਹੜਾ ਕੀ ਹੁੰਦਾ ਵੈਂਟੀਲੇਟਰ? ਪੰਜਾਬੀ 'ਚ ਕੀ ਕਹਿੰਦੇ ਉਹਨੂੰ? ਐਗਜ਼ੌਸਟ ਫੈਨ ਨਹੀਂ ਹੁੰਦਾ। ਉਹਦੇ ਲਈ ਜਿਹੜਾ ਵੈਂਟ ਦਾ ਮਤਲਬ ਕੀ ਹੈ? ਇੱਕ ਮਤਲਬ ਰਸਤਾ, ਕੋਈ ਵੀ ਖਾਨਾ, ਕੋਈ ਡੱਬਾ ਜਿੱਥੋਂ ਹਵਾ ਅੰਦਰ ਆ ਸਕਦੀ ਹੋਵੇ। ਰੋਸ਼ਨਦਾਨ ਪੰਜਾਬੀ ਜਦੋਂ ਵੀ ਸੁਣਿਆ ਹੋਗਾ ਰੋਸ਼ਨਦਾਨ ਕਹਿੰਦੇ। ਕਿਸੇ ਵੱਡੀ ਜਗ੍ਹਾ ਤੇ ਜਾਓਗੇ ਉੱਥੇ ਏਸੀ ਵਗੈਰਾ ਲੱਗੇ ਹੁੰਦੇ ਆ, ਪਰ ਉਹ ਏਸੀ ਡਾਇਰੈਕਟ ਨਹੀਂ ਲੱਗੇ ਹੁੰਦੇ, ਉਹ ਇੱਕ ਵੱਡੀ ਪਾਈਪ ਜੀ ਆਉਂਦੀ ਹੈ ਸਟੀਲ ਦੀ, ਉਹਦੇ ਵਿੱਚੋਂ ਮਤਲਬ ਸਾਈਡਾਂ ਤੋਂ ਉਹ ਹੋਲਸ ਬਣੇ ਹੁੰਦੇ, ਦੇ ਆਰ ਕਾਲਡ ਵੈਂਟਸ। ਤੇ ਕਹਿੰਦਾ ਟਰਮਾਈਟਸ, ਜਿਹੜੀ ਟਰਮਾਈਟ ਮਾਊਂਟਸ ਹੈਗੇ ਆ, ਮਤਲਬ ਜਿਹੜੇ ਉਹ ਸਿਉਂਕ ਨੇ ਆਪਣੇ ਘਰ ਬਣਾਏ ਆ, ਉਹਨਾਂ ਤੇ ਉਹ ਕਿਉਂ ਬਣੇ ਹੋਏ ਆ? ਮਤਲਬ ਉਹਨਾਂ ਨੇ ਰੋਸ਼ਨਦਾਨ ਕਿਉਂ ਰੱਖੇ ਆ, ਵੈਂਟੀਲੇਟਰਸ ਕਿਉਂ ਰੱਖੇ ਆ? ਨੰਬਰ A, ਟੂ ਅਲਾਉ ਟਰਮਾਈਟਸ ਟੂ ਐਸਕੇਪ ਫਰਮ ਪ੍ਰੈਡੇਟਰਸ। ਪ੍ਰੈਡੇਟਰਸ ਮਤਲਬ ਸ਼ਿਕਾਰੀ। ਇਹ ਕਾਮਨ ਹੀ ਹੈ ਵਰਡ ਆਉਣ ਵਾਲਾ, ਠੀਕ ਹੈ, ਰੀਡਿੰਗ ਦੇ ਵਿੱਚ ਕਾਮਨਲੀ ਆਉਂਦਾ ਪ੍ਰੈਡੇਟਰ। ਤੇ ਸ਼ਿਕਾਰੀਆਂ ਤੋਂ ਬਚਣ ਲਈ ਕਹਿੰਦਾ ਕਿ ਉਹ ਮੋਰੀਆਂ ਉਹਨਾਂ ਨੇ ਰੱਖੀਆਂ ਹੋਈਆਂ ਤਾਂ ਕਿ ਮਤਲਬ ਜਦੋਂ ਕੋਈ ਸ਼ਿਕਾਰੀ ਆਉਂਦਾ ਤਾਂ ਟਰਮਾਈਟਸ ਭੱਜ ਜਾਣ। ਸੈਕਿੰਡ, ਟੂ ਇਨੇਬਲ ਦ ਟਰਮਾਈਟਸ ਟੂ ਪ੍ਰੋਡਿਊਸ ਫੂਡ। ਖਾਣਾ ਬਣਾਉਣ ਲਈ ਸ਼ਾਇਦ ਉਹ ਰਸਤਾ ਛੱਡਿਆ ਹੋਇਆ, ਇਹਦਾ ਆਨਸਰ ਨਹੀਂ ਹੋਊਗਾ ਇੱਥੇ। ਟੂ ਅਲਾਉ ਦ ਟਰਮਾਈਟਸ ਟੂ ਵਰਕ ਐਫੀਸ਼ੀਐਂਟਲੀ, ਮਤਲਬ ਉਹ ਸਹੀ ਤਰੀਕੇ ਨਾਲ ਕੰਮ ਕਰ ਸਕਦੀਆਂ। ਟੂ ਇਨੇਬਲ ਦ ਟਰਮਾਈਟ ਟੂ ਸਰਵਾਈਵ ਐਟ ਨਾਈਟ, ਜਾਂ ਉਹ ਰਾਤ ਨੂੰ ਜਿੰਦਾ ਰਹਿ ਸਕਦੀਆਂ ਹੋਣ। ਹੁਣ ਆਨਸਰ ਇਦਾਂ ਹੀ ਬੇਵਜ੍ਹਾ ਕੋਈ ਵੀ ਨਾ ਬੋਲੇ, ਠੀਕ ਹੈ। ਫਸਟ ਪਹਿਲਾਂ ਇਹ ਦੱਸੋ ਕਿ ਕੀਵਰਡਸ ਕਿੱਥੇ ਮੈਚ ਕਰਦੇ ਪਏ ਇਹਦੇ। ਅਫਰੀਕਾ ਓਜ਼ ਇਟਸ ਟਰਮਾਈਟ ਮਾਊਂਟਸ ਅ ਲੋਟ। ਉਹ ਦਾ ਮਤਲਬ ਕੀ ਹੁੰਦਾ ਹੈ? ਉਹ ਦਾ ਅਪਣਾਉਣਾ ਨਹੀਂ, ਉਹ ਦਾ ਮਤਲਬ ਆਈ ਓ ਯੂ ਮਨੀ ਦਾ ਮਤਲਬ ਕੀ ਹੈ? ਆਈ ਓ ਯੂ ਮਨੀ, ਆਈ ਓ ਯੂ ਮਨੀ ਮਤਲਬ ਮੈਂ ਤੇਰਾ ਉਧਾਰ ਦੇਣ ਵਾਲਾ ਹੈ। ਉਹਦਾ ਮਤਲਬ ਕਿ ਮੈਂ ਬਹੁਤ ਕੁਝ ਉਧਾਰ ਲਿਆ ਹੈ। ਇੱਥੇ ਕੀ ਕਹਿੰਦਾ? ਅਫਰੀਕਾ ਓਜ਼ ਇਟਸ ਟਰਮਾਈਟ ਮਾਊਂਟਸ ਅ ਲੋਟ। ਅਫਰੀਕਾ ਨੇ ਬਹੁਤ ਕੁਝ ਆਪਣੇ ਟਰਮਾਈਟ ਮਾਊਂਟਸ ਤੋਂ ਉਧਾਰ ਲਿਆ ਹੋਇਆ ਹੈ, ਠੀਕ ਹੈ। ਉਹ ਕਿਹੜੀ ਚੀਜ਼ ਉਧਾਰ ਲਈ ਹੈ ਉਹ ਤੁਸੀਂ ਦੇਖੋਗੇ। ਉਸ ਤੋਂ ਅੱਗੇ ਪਹਿਲਾਂ ਹੁਣ ਇਹ ਮੈਚ ਕਰੋ ਕਿ ਟਰਮਾਈਟ ਮਾਊਂਟਸ ਦੇ ਵਿੱਚ ਉਹਨਾਂ ਨੇ ਉਹ ਕਿਉਂ ਰੱਖੇ ਹੋਏ ਹੈ। ਕਿਤੇ ਇਦਾਂ ਦੀ ਲਾਈਨ ਲੱਭਦੀ ਹੋਵੇ। ਸੈਕਿੰਡ ਪੈਰਾਗ੍ਰਾਫ, ਤੀਸਰੀ ਲਾਈਨ, ਮਤਲਬ ਆ ਸੈਕਿੰਡ ਪੈਰਾਗ੍ਰਾਫ ਨਹੀਂ ਕਵਾਂਗੇ, ਥਰਡ ਪੈਰਾ ਜਿਹੜਾ ਵੱਡਾ ਬਣਦਾ ਪਿਆ ਉਹ ਵਾਲਾ, ਉਹ ਪੂਰਾ ਹੀ ਪੜ੍ਹ ਲੈਂਦੇ ਪੈਰਾ ਇੱਕ ਵਾਰ। ਟਰਮਾਈਟਸ ਇਨ ਜ਼ਿੰਬਾਬਵੇ ਬਿਲਡ ਜਾਈਗੈਂਟਿਕ ਮਾਊਂਟਸ ਇਨਸਾਈਡ ਵਿਚ ਦੇ ਫਾਰਮ ਅ ਫੰਗਸ ਦੈਟ ਇਜ਼ देयर ਪ੍ਰਾਇਮਰੀ ਫੂਡ ਸੋਰਸ। ਜਾਈਗੈਂਟਿਕ ਕੀ ਹੁੰਦਾ ਹੈ? ਬਿਗ, ਵੈਰੀ ਬਿਗ। ਜਾਈਗੈਂਟਿਕ ਜਾਇੰਟ ਤੋਂ ਬਣਿਆ ਵਰਡ ਹੈ, ਜਾਈਗੈਂਟਿਕ ਮਤਲਬ ਬਹੁਤ ਵੱਡਾ। ਤੇ ਕਹਿੰਦਾ ਕਿ ਜਿਹੜੀਆਂ ਜ਼ਿੰਬਾਬਵੇ ਦੇ ਵਿੱਚ ਰਹਿੰਦੀਆਂ ਨਾ ਟਰਮਾਈਟਸ, ਉਹ ਬਹੁਤ ਵੱਡੇ ਵੱਡੇ ਮਾਊਂਟਸ ਬਣਾਉਂਦੀਆਂ, ਜਿਹਦੇ ਅੰਦਰ ਉਹ ਕੀ ਕਰਦੀਆਂ, ਇਨ ਵਿਚ, ਜਿਹਦੇ ਵਿੱਚ ਉਹ ਫਾਰਮਿੰਗ ਕਰਦੀਆਂ ਫੰਗਸ ਦੀਆਂ ਐਜ਼ देयर ਪ੍ਰਾਇਮਰੀ ਫੂਡ ਸੋਰਸ। ਹੁਣ ਥੋੜਾ ਟਾਈਮ ਪਹਿਲਾਂ ਜਦੋਂ ਐਂਟਸ ਵਾਲੀ ਰੀਡਿੰਗ ਕਰਵਾਈ ਸੀ ਨਾ, ਉਦੋਂ ਵੀ ਮੈਂ ਇਹ ਗੱਲ ਦੱਸੀ ਸੀਗੀ ਕਿ ਕੀੜੀਆਂ ਬਹੁਤ ਹੁਸ਼ਿਆਰ ਹੁੰਦੀਆਂ, ਠੀਕ ਹੈ। ਜਿਨ੍ਹਾਂ ਨੇ ਉਹ ਕਲਾਸ ਲਾਈ ਹੋਗੀ ਉਹਨਾਂ ਨੂੰ ਸ਼ਾਇਦ ਯਾਦ ਵੀ ਹੋਊਗਾ ਕਿ ਉਹਨਾਂ ਨੇ ਉਹ 'ਚ ਕੀ ਦੱਸਿਆ ਹੋਇਆ ਕਿ ਕੀੜੀਆਂ ਡਾਇਰੈਕਟ ਪੱਤੇ ਨਹੀਂ ਪਚਾ ਸਕਦੀਆਂ। ਉਹ ਕੀ ਕਰਦੀਆਂ, ਉਹ ਆਪਣੀ ਫੰਗਸ ਦੀ ਖੇਤੀ ਕਰਦੀਆਂ। ਉਹ ਪੱਤੇ, ਉਹ ਵਾਲੇ ਪੱਤੇ ਬਾਹਰੋਂ ਲਿਆ ਕੇ ਉਹ ਫੰਗਸ ਨੂੰ ਦਿੰਦੀਆਂ। ਉਹ ਪੱਤੇ ਗਲ ਸੜ ਕੇ ਫੰਗਸ ਖਾ ਲੈਂਦੀ, ਗਲ ਸੜ ਕੇ, ਤੇ ਮੁੜ ਕੇ ਕੀੜੀਆਂ ਉਸ ਫੰਗਸ ਨੂੰ ਖਾਂਦੀਆਂ। ਉਹੀ ਚੀਜ਼ ਟਰਮਾਈਟ ਕਰਦੀ ਪਈ ਹੈ, ਸਿਉਂਕ ਵੀ ਉਹੀ ਚੀਜ਼ ਕਰਦੀ ਪਈ ਹੈ। ਤਾਂ ਕਹਿੰਦਾ ਕਿ ਉਹ ਫੰਗਸ ਤੋਂ, ਫੰਗਸ ਮਤਲਬ ਜਿਵੇਂ ਪੰਜਾਬੀ 'ਚ ਆਪਾਂ ਉੱਲੀ ਕਹਿ ਦਿੰਦੇ ਹਾਂ, ਠੀਕ ਹੈ, ਮਸ਼ਰੂਮ ਟਾਈਪ ਹੁੰਦੀ ਹੈ ਪਰ ਉਹ ਛੋਟੀ ਵੀ ਹੋ ਸਕਦੀ ਹੈ। ਤਾਂ ਉਹ ਉੱਤੋਂ ਪ੍ਰਾਇਮਰੀ ਫੂਡ ਸੋਰਸ ਹੈ, ਮਤਲਬ ਉਹ ਮੇਨਲੀ ਖਾਣਾ ਉੱਤੋਂ ਬਣਾਉਂਦੀ ਹੈ। ਦਿਸ ਮਸਟ ਬੀ ਕੈਪਟ ਐਟ ਐਗਜ਼ੈਕਟਲੀ 30.5 ਡਿਗਰੀ ਸੈਲਸੀਅਸ ਵਾਈਲ ਦ ਟੈਂਪਰੇਚਰ ਆਫ ਅਫਰੀਕਨ ਯੈਲਡ ਮਤਲਬ ਉੱਥੋਂ ਦੀ ਜਗ੍ਹਾ ਨੂੰ ਕਹਿੰਦੇ ਆ, ਮਤਲਬ ਅਫਰੀਕਾ ਦੇ ਜਿਹੜੇ ਖੇਤ ਵਗੈਰਾ ਨਾ ਸ਼ਾਇਦ ਉਹਨਾਂ ਨੂੰ ਕਹਿੰਦੇ ਆ, ਆਈ ਐਮ ਨੋਟ ਸ਼ੋਰ ਦੋ। ਤਾਂ ਵਾਈਲ ਦ ਟੈਂਪਰੇਚਰਸ ਇਨ ਅਫਰੀਕਨ ਯੈਲਡ ਆਊਟਸਾਈਡ ਕੈਨ
range from 1.5 degrees Celsius at night, only just above freezing, to baking exactly 40 degree to a baking hot 40 degrees Celsius during the day। ਮੈਨੂੰ ਆਨਸਰ ਲੱਭ ਗਿਆ ਹੈ ਇੱਥੋਂ, ਮਤਲਬ ਆਹ ਦੋ ਲਾਈਨਾਂ ਪੜ੍ਹ ਕੇ ਕਹਿੰਦਾ ਟਰਮਾਈਟ ਨੇ ਨਾ ਫੰਗਸ ਪਾਲੀ ਹੋਈ ਆ, ਉਸ ਫੰਗਸ ਨੂੰ ਕਿੰਨੇ ਤੇ ਰੱਖਣਾ ਹੁੰਦਾ ਹੈ, ਦਿਸ ਮਸਟ ਬੀ ਕੈਪਟ ਐਟ 30.5 ਡਿਗਰੀ ਸੈਲਸੀਅਸ। ਉਹ ਫੰਗਸ ਨੂੰ 30.5 ਡਿਗਰੀ ਸੈਲਸੀਅਸ ਤੇ ਰੱਖਣਾ ਹੁੰਦਾ ਹੈ। ਤੋ ਕਹਿੰਦਾ ਕਿ ਪਰ ਅਫਰੀਕਾ ਦੇ ਵਿੱਚ ਕੀ ਹੁੰਦਾ, ਅਫਰੀਕਾ 'ਚ ਕੀ ਹੈ, ਰੇਤ ਹੈ ਕਿ ਕੁਝ ਹੋਰ ਹੈ, ਅਫਰੀਕਾ ਦੇ ਵਿੱਚ ਰੇਤ ਹੀ ਰੇਤ ਹੈ ਜ਼ਿਆਦਾ, ਠੀਕ ਹੈ, ਡੈਜ਼ਰਟ ਹੈ ਅਫਰੀਕਾ। ਤਾਂ ਉੱਥੇ ਕੀ ਹੁੰਦਾ ਹੈ, ਸ਼ਾਇਦ ਤੁਸੀਂ ਸੁਣਿਆ ਹੋਊਗਾ ਕਿ ਜਿਹੜੇ ਰੇਤੀਲੇ ਇਲਾਕੇ ਹੁੰਦੇ ਆ ਦਿਨ ਵੇਲੇ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਕਿਉਂਕਿ ਰੇਤ ਗਰਮੀ ਨੂੰ ਐਬਜ਼ੌਰਬ ਕਰ ਲੈਂਦੀ ਹੈ, ਰਾਤ ਨੂੰ ਉਹ ਏਰੀਆ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਕਿਉਂਕਿ ਰੇਤ ਆਪਣੀ ਸਾਰੀ ਜਿਹੜੀ ਗਰਮੀ ਹੈ ਉਹਨੂੰ ਛੱਡ ਦਿੰਦੀ ਹੈ। ਤੋ ਕਹਿੰਦਾ ਰਾਤ ਨੂੰ ਉੱਥੇ ਟੈਂਪਰੇਚਰ 1.5 ਡਿਗਰੀ ਸੈਲਸੀਅਸ ਤੇ ਪਹੁੰਚ ਜਾਂਦਾ, ਮਤਲਬ ਜਸਟ ਫਰੀਜ਼ਿੰਗ ਦੇ ਨੇੜੇ, ਤੇ ਸਵੇਰੇ ਉੱਥੇ ਟੈਂਪਰੇਚਰ ਬੇਕਿੰਗ ਹੌਟ ਹੁੰਦਾ 40 ਡਿਗਰੀ ਸੈਲਸੀਅਸ, ਠੀਕ ਹੈ। ਉਸ ਤੋਂ ਅੱਗੇ ਉਹ ਕੀ ਕਹਿੰਦਾ, The termites achieve this remarkable feat by building a system of vents in the mount. Those at the base lead down into chambers cooled by wet mud carried up from water tables far below, and others lead up through a hue to the peak to the mound. By constantly opening and closing those heating and cooling vents over the course of the day, the termites succeed in keeping the temperature constant in spite of the wide fluctuations outside. ਹੁਣ ਕੋਈ ਬੱਚਾ ਇਦਾਂ ਦਾ ਹੈ ਜਿਹੜਾ ਕਹਿ ਦੇਵੇ ਕਿ ਇੱਕੋ ਵਾਰ 'ਚ ਪੜ੍ਹ ਕੇ ਮੈਨੂੰ ਇਹ ਚੀਜ਼ ਪੂਰੀ ਸਮਝ ਆ ਗਈ, ਓਕੇ ਮਨਜੋਤ, ਉਹ ਜਿੰਨੀਆਂ ਦੋ ਲਾਈਨਾਂ ਮੈਂ ਬੋਲੀਆਂ ਉਹ ਜਿਹੜੀਆਂ ਲਾਈਨਾਂ ਮੈਂ ਸਮਝਾ ਕੇ ਉਹ ਤੋਂ ਅਗਲਾ ਓਕੇ। ਇੰਨਾ ਟਾਈਮ ਨਹੀਂ ਹੈਗਾ ਖੁਸ਼ੀ, ਓਕੇ ਰਹਿਣ ਦੋ ਬਸ, ਇੰਨਾ ਟਾਈਮ ਨਹੀਂ ਹੈਗਾ ਫਿਰ। ਉਹ ਕੀ ਕਹਿੰਦਾ ਦੁਬਾਰਾ ਦੇਖੋ, ਕਹਿੰਦਾ ਹੁਣ ਉਹਨਾਂ ਨੇ ਕੀ ਕਿਹਾ ਕਿ 30.5 ਤੇ ਉਹਨਾਂ ਦਾ ਮਤਲਬ ਰਹਿਣਾ ਚਾਹੀਦਾ ਅੰਦਰਲਾ ਟੈਂਪਰੇਚਰ। ਦ ਆਂਟਸ ਅਚੀਵ ਦਿਸ ਰਿਮਾਰਕੇਬਲ ਫੀਟ ਮਤਲਬ ਉਪਲਬਧੀ, ਅਚੀਵਮੈਂਟ। ਐਂਟਸ ਇਹ ਚੀਜ਼ ਨੂੰ ਪੂਰਾ ਕਰਦੀਆਂ ਕਿੱਦਾਂ, ਉਹਨਾਂ ਨੇ ਨਾ ਦੋ ਸਿਸਟਮ ਬਣਾਏ ਹੋਏ ਆ। ਇੱਕ ਤਾਂ ਕਹਿੰਦਾ ਥੱਲੇ ਵਾਟਰ ਟੇਬਲ ਆ ਉਹਨਾਂ ਦੇ, ਵਾਟਰ ਟੇਬਲ ਮਤਲਬ ਕਿ ਉਹ ਇੰਨਾ ਡੂੰਘਾ ਲੈ ਜਾਂਦੀਆਂ ਕਿ ਉੱਥੇ ਗਰਾਊਂਡ ਵਾਟਰ ਅਵੇਲੇਬਲ ਹੁੰਦਾ ਉਹਨਾਂ ਕੋਲ। ਤਾਂ ਵਾਟਰ ਟੇਬਲ ਹੈਗਾ ਉਹਨਾਂ ਕੋਲ, ਮਤਲਬ ਥੱਲੇ ਉਹ ਪਾਣੀ ਵੀ ਹੈਗਾ ਉਹਨਾਂ ਕੋਲ, ਤੇ ਉੱਪਰ ਉਹਨਾਂ ਨੇ ਵੈਂਟਸ ਬਣਾਏ ਹੋਏ ਆ, ਵੈਂਟਸ ਮਤਲਬ ਰੋਸ਼ਨਦਾਨ ਬਣਾਏ ਹੋਏ ਆ। ਤਾਂ ਲਾਸਟ ਲਾਈਨ ਕੀ ਕਹਿੰਦੀ ਹੈ ਕਿ ਐਂਟਸ ਆਪਣੇ ਉਹਦਾ ਟੈਂਪਰੇਚਰ ਰੈਗੂਲੇਟ ਕਰਦੀਆਂ ਬਾਈ ਕੰਟੀਨਿਊਸਲੀ ਕਲੋਜ਼ਿੰਗ ਐਂਡ ਓਪਨਿੰਗ ਦ ਵੈਂਟਸ, ਉਹ ਵੈਂਟਸ ਨੂੰ ਓਪਨ ਤੇ ਕਲੋਜ਼ ਕਰਨ ਲਈ। ਹੁਣ ਇਹ ਸਾਰਾ ਦਾ ਸਾਰਾ ਉਹ ਕਿਉਂ ਕਰਦੀਆਂ ਪਈਆਂ, ਉਸ ਟੈਂਪਰੇਚਰ ਨੂੰ 30.5 ਰੱਖਣ ਦੇ ਤਾਂ ਕਿ ਉਹਨਾਂ ਦਾ ਖਾਣਾ ਬਣ ਸਕਦਾ ਹੋਵੇ। ਇਹਦਾ ਆਨਸਰ ਕੀ ਬਣੂਗਾ, ਪਲੀਜ਼ ਡੋਂਟ ਯੂਜ਼ ਯੋਰ ਫੋਨਸ। ਜੋ ਮਤਲਬ ਪੁੱਛਣਾ ਉਹ ਇਦਾਂ ਡਾਇਰੈਕਟਲੀ ਪੁੱਛ ਲਓ, ਜੇ ਫੋਨਸ ਯੂਜ਼ ਕਰਨੇ ਯੂ ਕੈਨ ਯੂਜ਼ them at their homes and make the meanings of the lines। तो ਕੀ ਕਹਿੰਦਾ ਕਿ ਉਹ ਤਹਿਖਾਨੇ ਨੀਚੇ ਜਿਹੜੇ ਬਣੇ ਉੱਥੇ ਉਹਨਾਂ ਨੇ ਵਾਟਰ ਟੇਬਲ ਬਣਾਏ ਹੋਏ, ਵਾਟਰ ਟੇਬਲ ਮਤਲਬ ਉਹਨਾਂ ਨੇ ਥੋੜੇ ਥੋੜੇ ਹੋਲਸ ਛੱਡੇ ਹੋਏ ਆ ਜਿੱਥੋਂ ਗਰਾਊਂਡ ਵਾਟਰ ਉਹਨਾਂ ਤੱਕ ਪਹੁੰਚਦਾ ਹੈ, ਤੇ ਉੱਪਰ ਉਹਨਾਂ ਨੇ ਵੈਂਟਸ ਬਣਾਏ ਹੋਏ ਆ। ਉਹ ਕਿਉਂ ਕਰਦੇ ਪਏ, ਹੁਣ ਇਹਦਾ ਆਨਸਰ ਕੀ ਬਣੂਗਾ ਵਰਿੰਦਰ, ਡੀ ਬॉय, हाँ वेरी गुड, डी बॉय, क्योंकि उन्होंने अपना खाना बनाना, ठीक है, उन्होंने खाना बनाना है, मतलब वो फंगस को बचा के रखना है, वो बचूगी 30.5 डिग्री सैल्सियस पे, तो उस चीज़ लिए उन्होंने टेंपरेचर बचा के मतलब उत्थे रखना पाऊगा। वाई वॉज ईस्ट गेट चीपर टू बिल्ड दैन अ कन्वेंशनल बिल्डिंग। हुणे ईस्ट गेट बिल्डिंग वो है जिहदी मैं गल करदा पिया सी कि कीड़ियां दे बनाए हुए मतलब टर्माइट दे बनाए हुए डिज़ाइन तो उन्होंने टर्माइट माउंट के डिज़ाइन तो उन्होंने अंदाज़ा लाया लोगों ने कि आप इदा दी बिल्डिंग्स किवें बनाईए जिहदे आपको बाहरों ना तो कोई AC हीटर लाने की लोड़ पवे ते ना ही मतलब उत्ते एक्सट्रा कोई वो करना पवे। तो देखो ये अगे की होना कित्थे बनदा वा, ईस्ट गेट कित्थे लिखा है अगले पैराग्राफ च देखोगे तो उन्होंने क्या हो कि ईस्ट गेट बहुत मतलब घट रेट से बन गया। ओके तो मतलब इस पैरा दे विच पिया होया है। पहली लाइन पढ़ो, आर्कीटेक्ट मिक पियर्स यूज्ड प्रीसाइजली द सेम स्ट्रेटजी व्हेन डिजाइनिंग द ईस्ट गेट बिल्डिंग विच हैज़ नो एयर कंडीशनिंग एंड वर्चुअली नो हीटिंग। कहना कि वो बंदे ने एक इदा दी मतलब बिल्डिंग बनाती जिहदे विच ना तो कोई हीटिंग सीगी ना ही कोई कूलिंग सीगी। तो ਉਹਨੇ ਕਿੱਥੋਂ मतलब प्रेरणा मिली, ਉਹਨੂੰ प्रेरणा मिली है
ਉਹ ਕਹਿੰਦੇ ਕਿ ਹੀ ਯੂਜ਼ਡ ਪ੍ਰੀਸਾਈਜ਼ਲੀ ਮਤਲਬ ਬਹੁਤ ਹੀ ਜ਼ਿਆਦਾ ਕਰੈਕਟ ਤਰੀਕੇ ਦੇ ਨਾਲ। ਪ੍ਰੀਸਾਈਜ਼ ਦਾ ਮਤਲਬ ਆਪਾਂ ਕਰੈਕਟ ਵਾਂਗੂ ਜੋੜ ਸਕਦੇ ਹਾਂ ਬਹੁਤ ਸਹੀ ਤਰੀਕੇ ਦੇ ਨਾਲ, ਠੀਕ ਹੈ। ਵੈਸੇ ਜੇ ਆਪਾਂ ਸਾਇੰਟਿਫਿਕ ਟਰਮਸ ਦੀ ਗੱਲ ਕਰੀਏ ਤਾਂ देयर इज अ डिफरेंस बिटवीन एक्यूरेसी एंड प्रिसीजन, बट ਪ੍ਰੀਸਾਈਜ਼ ਨੂੰ ਤੁਸੀਂ ਇਹ ਮੰਨ ਲਓ ਕਿ ਬਹੁਤ ਬਿਲਕੁਲ ਉਹਦੇ ਵਰਗਾ, ਉਹਦੇ ਨੇੜਲਾ ਬਣਾਤਾ, ਠੀਕ ਹੈ। ਪ੍ਰੀਸਾਈਜ਼ ਦਾ ਮਤਲਬ ਛੋਟਾ ਨਹੀਂ ਹੁੰਦਾ, ਓਕੇ। ਤਾਂ ਉਸ ਤੋਂ ਬਾਅਦ ਉਹ ਕੀ ਕਹਿੰਦਾ ਉਹਨਾਂ ਨੇ ਇਦਾਂ ਦੀ ਬਿਲਡਿੰਗ ਬਣਾਤੀ। ਹੁਣ ਜੇ ਅੱਗੇ ਪੜ੍ਹੀਏ ਤਾਂ ਕੀ ਕਹਿੰਦਾ, ਬਿਲਡਿੰਗ the country's largest commercial area and shopping complex uses less than 10% of the energy of a conventional building of the same size। ਕੁਛ ਇੱਥੇ ਇਦਾਂ ਦਾ ਹੋਣਾ ਚਾਹੀਦਾ ਸੀਗਾ। These efficiencies translated directly to the bottom line. The Eastgate owner saved 3.5 million on a 36 million building because an air conditioning plant did not have to be imported. These savings were also passed on to tenants। Tenants मतलब ਜਿਹੜੇ ਉੱਥੇ ਕਿਰਾਏਦਾਰ ਹੈ। Rents are 20% lower than in a new building next door। Next door मतलब ਨਾਲ ਵਾਲੀ। ਕਹਿੰਦਾ ਗਵਾਂਢ ਦੀ ਜਿਹੜੀ ਇੱਕ ਬਿਲਡਿੰਗ ਬਣੀ ਹੈ ਨਾ ਉਹਦੇ ਨਾਲੋਂ 20% ਕਿਰਾਇਆ ਇੱਥੇ ਘੱਟ ਹੈ। ਕਿਉਂ? ਕਿਉਂਕਿ ਇਸ ਬਿਲਡਿੰਗ ਦਾ ਖਰਚਾ ਹੀ ਨਹੀਂ ਹੈਗਾ। ਕਿਉਂ ਨਹੀਂ ਖਰਚਾ ਹੈਗਾ? ਕਿਉਂਕਿ ਉਹ ਨੈਚੁਰਲ ਤਰੀਕੇ ਦੇ ਨਾਲ 에ਅਰ ਕੰਡੀਸ਼ਨ ਹੁੰਦੀ ਪਈ ਹੈ ਬਿਲਡਿੰਗ, ਤੇ ਮਤਲਬ 에ਅਰ ਕੰਡੀਸ਼ਨਰ ਲਾਉਣ ਦੀ ਲੋੜ ਨਹੀਂ ਪਈ। ਹੁਣ ਇਹਦੇ ਆਪਸ਼ਨਸ ਦੇਖੋ ਕੀ ਹੋ ਸਕਦੇ ਆ। ਵੈਰੀ ਫਿਊ ਮਟੀਰੀਅਲਸ ਵਰ ਇੰਪੋਰਟਡ, ਸ਼ਾਇਦ its energy consumption was so low, ਹੋ ਸਕਦਾ ਹੈ। its tenants contributed to the cost, ਇਹ ਤਾਂ ਸਹੀ ਨਹੀਂ ਹੈਗਾ। and then no air conditioners were needed, yes D dog, ਕਿਉਂਕਿ ਉੱਥੇ 에ਅਰ ਕੰਡੀਸ਼ਨਰਸ ਦੀ ਲੋੜ ਨਹੀਂ ਸੀ ਹੈਗੀ। ਤੇ ਸਿੱਧਾ ਉਹ ਕਹਿੰਦਾ ਕਿ 3.6 ਮਿਲੀਅਨ ਡਾਲਰ ਜਿਹੜੇ ਉਹਨਾਂ ਦੇ ਬਚ ਗਏ ਕਿਉਂਕਿ 에ਅਰ ਕੰਡੀਸ਼ਨਿੰਗ ਪਲਾਂਟ ਨੂੰ ਇੰਪੋਰਟ ਹੀ ਨਹੀਂ ਕਰਨਾ ਪਿਆ। then why would a building like Eastgate not work efficiently in New York? ਕਹਿੰਦਾ ਈਸਟਗੇਟ ਵਰਗੀ ਜਿਹੜੀ ਬਿਲਡਿੰਗ ਹੈਗੀ ਹੈ ਉਹ ਨਿਊਯਾਰਕ ਵਰਗੇ ਏਰੀਆ 'ਚ ਕੰਮ ਕਿਉਂ ਨਹੀਂ ਕਰੂਗੀ। ਹੁਣ ਦੇਖੋ ਨਿਊਯਾਰਕ ਕਿੱਥੇ ਲਿਖਿਆ ਹੈ, 6th ਪੈਰਾਗ੍ਰਾਫ 2nd ਲਾਈਨ। 2 3 4 6th ਵੀ ਨਹੀਂ, ਉਸ ਤੋਂ ਅਗਲਾ ਹੀ ਹੈ। this is possible only because ਆਹ ਵਾਲਾ ਹੈ। ਇੱਥੇ ਹੁਣ ਉਹਨਾਂ ਨੇ ਕੰਡੀਸ਼ਨ ਦੱਸੀ ਹੋਈ ਹੈ, ਠੀਕ ਹੈ। ਇੱਥੇ ਕੰਡੀਸ਼ਨ ਦੱਸੀ ਹੋਈ ਹੈ ਕਿ ਇਹ ਚੀਜ਼ ਇੱਥੇ ਕਿਉਂ ਹੁੰਦੀ ਹੈ। ਉਹ ਕਹਿੰਦਾ this is possible only because Harare is at 1600 feet above the sea level, has cloudless skies, ਮਤਲਬ ਉੱਥੇ ਕੋਈ ਬੱਦਲ ਨਹੀਂ ਹੁੰਦਾ। little humidity, ਉੱਥੇ ਪਾਣੀ ਦੇ ਵਿੱਚ ਹਵਾ ਦੇ ਵਿੱਚ ਸਲਾਬ ਨਹੀਂ ਹੈਗੀ, ਠੀਕ ਹੈ, ਮਤਲਬ ਮੋਇਸਚਰ ਨਹੀਂ ਹੈਗਾ। and rapid temperature swings, days as warm as 30 degrees Celsius commonly, and temperatures commonly drop to 14 degrees Celsius at night। you could not do this in New York with its fantastically hot summers and fantastically cold winters। ਹੁਣ ਉਹਨੇ ਦੱਸ ਪਾਇਆ, ਕਹਿੰਦਾ ਇਹ ਚੀਜ਼ ਅਫਰੀਕਾ ਦੇ ਹਰਾਰੇ ਵਿੱਚ ਕਿਉਂ ਹੁੰਦੀ ਪਈ ਹੈ ਕਿਉਂਕਿ ਉੱਥੇ ਇੱਕ ਤਾਂ ਹਵਾ ਦੇ ਵਿੱਚ ਨਮੀ ਨਹੀਂ ਹੈਗੀ, ਠੀਕ ਹੈ। ਟੈਂਪਰੇਚਰ ਦੇ ਵੇਰੀਏਸ਼ਨਸ ਬਹੁਤ ਜ਼ਿਆਦਾ ਹੈਗੇ। ਸਵੇਰ ਵੇਲੇ 30 ਡਿਗਰੀ ਸੈਲਸੀਅਸ ਹੁੰਦਾ, ਰਾਤ ਨੂੰ 14 ਡਿਗਰੀ ਸੈਲਸੀਅਸ ਤੱਕ ਵੀ ਡਿੱਗ ਜਾਂਦਾ ਕਈ ਵਾਰ। ਤਾਂ ਮਤਲਬ ਟੈਂਪਰੇਚਰ ਦਾ ਫਰਕ ਬਹੁਤ ਹੈ। ਪਰ ਇਹ ਕਹਿੰਦਾ ਕਿ ਇਹੀ ਚੀਜ਼ ਨਿਊਯਾਰਕ ਦੇ ਵਿੱਚ ਨਹੀਂ ਹੋ ਸਕਦੀ। ਉੱਥੇ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਤੇ ਉੱਥੇ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਇਹਦਾ ਕੀ ਆਨਸਰ ਬਣੂਗਾ? ਹੋਰ ਕੋਈ ਬੱਚਾ ਸੀ ਤੋਂ ਇਲਾਵਾ ਵਾਲਾ? ए वाले कौन कौन है? बी बॉय वाला कोई हो गई, सी वाले, जेडे सी वाले वो सारे गलत है क्योंकि उन्हें सीधा क्या है कि न्यूयॉर्क ਦੇ ਵਿੱਚ ਸਮਰਸ ਤੇ ਵਿੰਟਰਸ ਦੇ ਵਿੱਚ ਟੈਂਪਰੇਚਰ ਚੇਂਜ ਹੁੰਦਾ ਹੈ, ਜਦ ਕਿ ਅਫਰੀਕਾ ਦੇ ਵਿੱਚ ਦਿਨ ਰਾਤ ਚ ਚੇਂਜ ਹੋਈ ਜਾਂਦਾ। ਦੁਬਾਰਾ ਪੜ੍ਹ ਲਓ ਉਹੀ ਪੈਰਾ, ਪਹਿਲੀਆਂ 2-3 ਲਾਈਨਸ, ਉੱਥੇ ਤੁਹਾਨੂੰ ਪਤਾ ਲੱਗ ਜਾਣਾ। तो कहना कि इट इज़ पॉसिबल बिकॉज हरारे इन्ना उस टेंपरेचर पे इन्नी फीट अबव है, क्लाउडलेस स्काइज है, लिटिल ह्यूमिडिटी है एंड रैपिड टेंपरेचर स्विंग्स आउंदी ओदे च। रैपिड टेंपरेचर स्विंग्स मतलब बहुत जल्दी टेंपरेचर चेंज हो जाता है, ठीक है। यू कुड नॉट डू दिस इन न्यूयॉर्क विद इट्स फैंटास्टिकली हॉट समर्स एंड फैंटास्टिकली कोल्ड विंटर्स। तो उत्थे इन्हां दोनों दे विच फर्क की है कि उहदे जिहड़े हो सकदा वैसे सी भी, बट मैनूं ज़्यादा ये लगदा है क्योंकि उन्हें ये गल कही है कि उत्थे टैंपरेचर बहुत जल्दी चेंज होंदे हैं, न्यूयॉर्क में वो चीज़ नहीं होंगी, ठीक है। ओके, Pierce believes that then another question number 4, what does Ove Arab's data suggest about Eastgate's temperature control system?
ਈਸਟ ਗੇਟ ਦੇ ਟੈਂਪਰੇਚਰ ਕੰਟਰੋਲ ਸਿਸਟਮ ਬਾਰੇ ਓਵ ਐਰਫ ਦਾ ਡਾਟਾ ਕੀ ਸੁਜੈਸਟ ਕਰਦਾ ਹੈ? ਇਸ ਬੰਦੇ ਦਾ ਨਾਮ ਲੱਭੋ ਜਰਾ ਕਿੱਥੇ। ਉਸ ਤੋਂ ਨੀਚੇ ਵਾਲੇ ਪੈਰਾ ਚ मतलब नीचो तीसरा पैरा ਓਵ ਐਰਫ ਗ੍ਰਾਫ ਸ਼ੋ दैट मतलब दूसरी लाइन मैं इन्ना को 2 लाइना पढ़नी उस तो मैनूं अंदाजा लग जाना है क्या हुण ये चीज़ औखी है नहीं। सिर्फ अद्धे मिनट के विच तुहानूं तुहाडा कीवर्ड लभ जांदा ते 2 मिनट मतलब जे तुहानूं 60 मिनटां दे 40 क्वेश्चन सॉल्व करने हैं दैट मीनस एक क्वेश्चन सॉल्व करने लई 1.5 मिनट है जो कि बहुत खुला टाइम है। कीवर्ड ਲੱਭਣ ਲਈ ਤੁਹਾਨੂੰ ਵੱਧ ਤੋਂ ਵੱਧ ਅੱਧਾ ਮਿੰਟ ਲੱਗ ਜਾਊਗਾ ਜੇ ਤੁਸੀਂ ਪ੍ਰੋਪਰਲੀ ਸਟੱਡੀ ਕਰਕੇ ਚੱਲ ਰਹੇ ਹੋ ਤੇ ਮਤਲਬ ਬਣਾਉਣ ਲੱਗੇ 1 ਮਿੰਟ ਲੱਗ ਜਾਊਗਾ ਠੀਕ ਹੈ ਵੈਸੇ ਇੰਨਾ ਟਾਈਮ ਲੱਗਦਾ ਨਹੀਂ। ओके तो ORF का नाम आ गया। ORF ग्राफ शो द टेम्परेचर ऑफ द बिल्डिंग हैज जनरली स्टेड बिटवीन 23 डिग्री and 25 डिग्री सेल्सियस with the exception of the annual hot spell just before the summer rains in October and 3 days in November when a janitor मतलब साफ सफाई करने वाला switch off the fans at night. The atrium which funnels the winds through can be much cooler and the air is fresh far more than the air conditioned buildings where up to 30% of the air is recycled. तो ਇਹਦੇ ਚ ਕੀ ਕਹਿੰਦਾ ਮੈਂ ਕਹਿੰਦਾ ਓਵ ਐਰਫ ਦਾ ਗ੍ਰਾਫ ਨਾ ਇਹ ਸ਼ੋ ਕਰਦਾ ਕਿ ਬਿਲਡਿੰਗ ਦਾ ਟੈਂਪਰੇਚਰ ਨਾਰਮਲੀ 3 ਡਿਗਰੀ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਹੀ ਰਿਹਾ ਪੂਰੇ ਸਾਲ ਦੇ ਦੌਰਾਨ ਸਿਰਫ 2 ਵੇਲੇ ਛੱਡ ਕੇ। ਇੱਕ ਵਾਰ ਕਦੋਂ ਜਦੋਂ ਇੱਕ ਵਾਰ ਐਨੂਅਲ ਹੌਟ ਸਪੈਲ ਆਈ ਜਸਟ ਬਿਫੋਰ ਸਮਰ ਰੇਨ ਅਕਤੂਬਰ ਦੇ ਵਿੱਚ ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਾਰ ਬਹੁਤ ਜ਼ਿਆਦਾ ਗਰਮੀ ਵੱਧ ਗਈ ਉਦੋਂ ਟੈਂਪਰੇਚਰ ਉਸ ਬਿਲਡਿੰਗ ਦਾ ਜ਼ਿਆਦਾ ਹੋ ਗਿਆ। ਦੂਸਰਾ ਕਹਿੰਦਾ ਇੱਕ ਵਾਰ ਕੀ ਹੋਇਆ ਜੈਨੀਟਰ ਜਿਹੜਾ ਸਾਫ ਸਫਾਈ ਕਰਨ ਵਾਲਾ ਸੀ ਨਾ ਉਹ ਰਾਤ ਨੂੰ ਪੱਖੇ ਬੰਦ ਕਰਕੇ ਚਲ ਗਿਆ ਉਹਦੇ ਕਰਕੇ ਅੰਦਰ ਗਰਮੀ ਹੋ ਗਈ ਅਦਰਵਾਈਜ਼ ਕਹਿੰਦਾ ਲੋੜ ਨਹੀਂ ਸੀ ਹੈਗੀ। The atrium which funnels the winds through can be much cooler. Atrium ਉਹ ਵੈਸੇ atrium ਕਹਿੰਦਾ ਹਾਰਟ ਦਾ ਆਪਣੇ ਹਾਰਟ ਦਾ ਹਿੱਸਾ ਹੈ ਠੀਕ ਹੈ। ਹਾਰਟ ਦਾ ਉੱਪਰਲਾ ਹਿੱਸਾ ਹਾਰਟ ਦੇ 4 ਹਿੱਸੇ ਹੁੰਦੇ ਆ ਉਹਦੇ ਚ ਜਿਹੜਾ ਉੱਪਰਲਾ ਹਿੱਸਾ ਉਹਨਾਂ ਨੂੰ ਐਟਰੀਅਮ ਕਹਿੰਦੇ ਆ। ਉਹਦਾ ਕੰਮ ਕੀ ਹੈ ਬਲੱਡ ਨੂੰ ਪੰਪ ਕਰਨਾ। ਉਸੇ ਤਰ੍ਹਾਂ ਇਸ ਐਟਰੀਅਮ ਦਾ ਕੰਮ ਕੀ ਹੈ ਹਵਾ ਨੂੰ ਪੂਰੀ ਬਿਲਡਿੰਗ ਦੇ ਵਿੱਚ ਪੰਪ ਕਰਨਾ। ਫਨਲ ਥਰੂ ਦਾ ਮਤਲਬ ਕਿ ਉਹ ਜਿਹੜੀ ਫਨਲ ਹੁੰਦੀ ਹੈ ਕੀਪ ਜਿਹਦੇ ਥਰੂ ਆਪਾਂ ਲਿਕੁਇਡ ਪਾ ਦਿੰਦੇ ਤਾਂ ਉਹ ਲਿਕੁਇਡ ਅੱਗੇ ਭਾਂਡੇ ਦੇ ਵਿੱਚ ਚਲਾ ਜਾਂਦਾ। ਉਸੇ ਤਰ੍ਹਾਂ ਉਹ ਇੱਥੇ ਫਨਲ ਵਾਂਗੂ ਕੰਮ ਕਿਉਂ ਕਰਦੀ ਪਈ ਹੈ ਕਿਉਂਕਿ ਜਿਹੜਾ ਐਟਰੀਅਮ ਹੈਗਾ ਉਹ ਹਵਾ ਨੂੰ ਫਨਲ ਅਪ ਕਰਦਾ ਪਿਆ ਤੇ ਕਹਿੰਦਾ ਉਹ ਕਮਰਾ ਜਿੱਥੋਂ ਹਵਾ ਪੂਰੀ ਬਿਲਡਿੰਗ ਦੇ ਵਿੱਚ ਪਹੁੰਚਦੀ ਪਈ ਹੈ ਨਾ ਇਟ ਕੈਨ ਬੀ ਮਚ ਕੂਲਰ ਉਹ ਹੋਰ ਜ਼ਿਆਦਾ ਠੰਡਾ ਹੋ ਸਕਦਾ ਠੀਕ ਹੈ। ਹੁਣ ਜਰਾ ਦੇਖੀਏ ਉਹਦੇ ਗ੍ਰਾਫ ਕੀ ਸਮਝਾਉਂਦੇ ਪਏ ਕੁਐਸਚਨ ਕੀ ਕਹਿੰਦਾ what does ORF data suggest ਉਹਦਾ ਗ੍ਰਾਫ ਕੀ ਦਿਖਾਉਂਦਾ ਪਿਆ it allows relatively wide range of temperature मतलब relatively wide range of temperature है नहीं 23 ਤੋਂ 25 ਡਿਗਰੀ ਸੈਲਸੀਅਸ ਹੀ ਰਿਹਾ ਉੱਥੇ ਟੈਂਪਰੇਚਰ ਇਹ ਤਾਂ ਨਹੀਂ ਹੋ ਸਕਦਾ। The only problems are due to human error ਨਹੀਂ ਠੀਕ ਹੈ ਕਿਉਂ ਕਿਉਂਕਿ ਦੋ ਪ੍ਰੋਬਲਮਸ ਉਹਨੇ ਦੱਸੀਆਂ ਇੱਕ ਤਾਂ ਹਿਊਮਨ ਐਰਰ ਕਰਕੇ ਸੀਗੀ ਕਿ ਉਹ ਜੈਨੇਟਰ ਨੇ ਗਲਤੀ ਕਰ ਲਈ ਇੱਕ ਪਹਿਲਾਂ ਪਰ ਉਹਨੇ ਕਿਹਾ ਕਿ ਇੱਕ ਵਾਰ ਨਾ ਗਰਮੀ ਵੈਸੇ ਬਹੁਤ ਜ਼ਿਆਦਾ ਪਈ ਉਦੋਂ ਟੈਂਪਰੇਚਰ ਖਰਾਬ ਹੋ ਗਿਆ। ਇਹ ਆਨਸਰ ਹੋ ਸਕਦਾ ਪਰ ਹਲੇ ਨਹੀਂ ਹੁੰਦਾ ਪਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਸਿਰਫ ਹਿਊਮਨ ਉਹਦੇ ਕਰਕੇ ਗਲਤੀ ਕਰਕੇ ਉਹ ਚੀਜ਼ ਹੁੰਦੀ ਪਈ ਹੈ। ਦੈਨ ਉਸ ਤੋਂ ਅੱਗੇ ਇਟ ਫੰਕਸ਼ਨਸ ਵੈਲ ਫॉर ਮੋਸਟ ਆਫ ਦਾ ਈਅਰ ਇਹ ਸਾਲ ਦੇ ਜ਼ਿਆਦਾਤਰ ਹਿੱਸੇ ਤੱਕ ਵਧੀਆ ਕੰਮ ਕਰਦਾ ਹੈ। ਐਂਡ ਦੈਨ ਲਾਸਟ the temperature of the atrium may fall too low ਹੁਣ ਇਹਦੇ ਚੋਂ ਕਿਹੜਾ ਆਨਸਰ ਸਹੀ ਹੈ A ਵਾਲੇ ਕਿੰਨੇ ਹੈ B boy C D dog A B C sorry A B D ਵਾਲੇ ਜਿੰਨੇ ਵੀ ਹੈਗੇ ਸਾਰੇ ਗਲਤ ਹੈ ਇੱਥੇ C ਕਿਉਂ it functions well for most of the year ਸਾਲ ਦੇ ਜ਼ਿਆਦਾਤਰ ਹਿੱਸੇ ਤੱਕ ਇਹ ਵਧੀਆ ਕੰਮ ਕਰਦਾ ਪਿਆ ਕਿੱਦਾਂ ਕਿਉਂਕਿ ਆਪਾਂ ਪੜ੍ਹ ਕੇ ਆਏ ਕਿ ਸਿਰਫ ਜਦੋਂ ਗਰਮੀਆਂ ਦਾ ਉਹ ਹੁੰਦਾ ਅਕਤੂਬਰ ਦੀਆਂ ਰੇਂਜ ਤੋਂ ਪਹਿਲਾਂ ਇੱਕ ਵਾਰ ਗਰਮੀ ਜ਼ਿਆਦਾ ਹੋ ਗਈ ਸੀ ਉਸ ਤੋਂ ਇਲਾਵਾ ਸਾਰੇ ਟਾਈਮ ਇਹ ਸਹੀ ਚੱਲਿਆ ਠੀਕ ਹੈ। ਹੁਣ ਜਿਹੜੇ ਬੱਚੇ ਕਹਿੰਦੇ ਕਿ ਇਹਦਾ ਡੀ ਡੌਗ ਆ ਜਾਣਾ ਚਾਹੀਦਾ ਉਹਦੇ 'ਚ ਲਿਖਿਆ ਦਾ ਟੈਂਪਰੇਚਰ ਆਫ ਦਾ ਐਟਰੀਅਮ ਮੇ ਫਾਲ ਟੂ ਲੋ ਬਹੁਤ ਜ਼ਿਆਦਾ ਠੰਡਾ ਹੋ ਜਾਊਗਾ ਉਹਦਾ ਟੈਂਪਰੇਚਰ ਕਿਆ ਉਹਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਨਹੀਂ ਉਹਨੇ ਕਿਹਾ ਕਿ ਜਿਹੜਾ ਐਟਰੀਅਮ ਹੈ ਉਹ ਮਚ ਕੂਲਰ ਹੋ ਸਕਦਾ ਹੈ और उन्हें ये नहीं कहा कि बहुत ठंडा हो जाऊगा टू लो चल जाऊगा तो वो डी डॉग आंसर नहीं बनना है आंसर बनना चाहिए सी कि साल के ज़्यादातर हिस्से तक ये वधिया काम करता है गर्मियां तो थोड़ा टाइम पहला तक उस तो होगे फिर आ गया ब्लैक सॉरी क्वेश्चन नंबर 5 Pierce believes that his building would be improved by Pierce कहता है कि ਉਹਦੀ बिल्डिंग improve ਕੀਤੀ ਜਾ ਸਕਦੀ ਹੈ डैश ਦੇ ਨਾਲ ਇਹਦਾ ਆਨਸਰ ਤੁਸੀਂ ਕੀ ਲਾਇਆ ਹੋਰ ਕੋਈ ਬੱਚਾ ਇਹਦਾ ਆਨਸਰ
ए किने लाया है? इसका आंसर यही है, जिन्होंने ए लाया है वेरी गुड। हुण ए क्यों है? ਇਹਦਾ शायद लास्ट पैरा ਦੇ ਵਿੱਚ होगा शायद। हाँ लास्ट सेकंड पैराग्राफ, लास्ट पैराग्राफ। हाँ तो लास्ट पैराग्राफ प्रॉपर्ली पढ़ लेना तो थोड़ा ज़्यादा हो जाएगा। Standing on a roof catwalk, peering down inside people as small as termites below। कहना कि रूफ कैटवॉक पे खड़े होके लोगों को देखते हुए ਜਿਹੜੇ ਕਿ ਸਿਉਂਕ ਜਿੱਡੇ ਛੋਟੇ ਲੱਗਦੇ ਪਏ ਆ। Pierce said he hoped plants would grow wild in the atrium and pigeons and bats would move into it। Pierce ਕਹਿੰਦਾ ਹੈ ਕਿ plants ਉਹਦੇ ਵਿੱਚ grow ਕਰਨਾ ਸ਼ੁਰੂ ਕਰ ਦੇਣਗੇ ਤੇ pigeons ਤੇ bats ਉਹਦੇ ਵਿੱਚ ਰਹਿਣਾ ਸ਼ੁਰੂ ਕਰ ਦੇਣਗੇ। Like a termite fungus, further extending the whole organic machine metaphor। ਜੇ ਉਹ ਜਾਨਵਰ ਤੇ ਉਹ ਪਲਾਂਟਸ ਵਗੈਰਾ ਵਿੱਚ ਉੱਗਣੇ ਸ਼ੁਰੂ ਕਰ ਦੇਣਗੇ तो ਜਿਹੜੀ ਆਰਗੈਨਿਕ ਮਸ਼ੀਨ ਵਾਲੀ ਮੈਟਾਫਰ ਹੈਗੀ ਆ, ਮਤਲਬ ਮੈਟਾਫਰ ਇੱਕ ਗ੍ਰਾਮੈਟੀਕਲ ਟੂਲ ਹੁੰਦਾ ਜਿਹੜਾ ਆਪਾਂ ਕੰਪੇਅਰ ਕਰਨ ਲਈ ਯੂਜ਼ ਕਰਦੇ ਆ। ਤਾਂ ਗ੍ਰਾਮੈਟੀਕਲ ਮੈਟਾਫਰ ਮਤਲਬ ਜਿਹੜਾ ਆਰਗੈਨਿਕ ਮਸ਼ੀਨ ਨਾਮ ਦਾ ਮੈਟਾਫਰ ਹੈ, ਜਿਹੜਾ ਇੱਕ ਨਾਮ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਹੋਰ ਜ਼ਿਆਦਾ ਮਤਲਬ ਉਹਦੇ ਨਾਲ ਜੁੜ ਜੂਗਾ। ਤੋਂ ਕੀ ਕਹਿਣਾ ਚਾਹੁੰਦਾ ਕਿ ਜੇ ਉੱਥੇ ਜ਼ਿਆਦਾ ਜਾਨਵਰ ਤੇ ਪਲਾਂਟਸ ਵਸ ਜਾਂਦੇ ਆ ਕੇ ਤਾਂ ਉਸ ਹਿਸਾਬ ਨਾਲ ਫਿਰ ਕਿਹੜਾ ਬਣਦਾ ਤਾਂ ਆਪਸ਼ਨ A, becoming more of a habitat for wildlife। ਉਸ ਤੋਂ ਅੱਗੇ क्वेश्चन नंबर 6 to 10, क्वेश्चन नंबर 6 to 10। 6 ਕੀ ਕਹਿੰਦਾ ਹੈ? warm air leaves offices through dash, the warm air leaves the building through dash। offices ਚ warm air ਕਿੱਥੋਂ ਨਿਕਲਦੀ ਪਈ ਹੈ ਤੇ ਬਿਲਡਿੰਗ ਚੋਂ ਕਿੱਥੋਂ ਨਿਕਲਦੀ ਪਈ ਹੈ। ਇਹ ਦੋਨੋਂ ਲਾਈਨਸ ਲੱਭੋ ਹੁਣ, ਕਿਉਂਕਿ ਆਪਾਂ ਅਖੀਰਲੇ ਮਤਲਬ 1/3 ਪੈਰਾ ਤੱਕ ਤਾਂ ਆ ਹੀ ਗਏ ਸੀਗੇ। ਓਕੇ ਇਹਦਾ ਆਨਸਰ ਸ਼ਾਇਦ ਹਾਂ ਮੈਨੂੰ ਲੱਭ ਗਿਆ ਹੈ 1 2 3 4 5 ਉਹਦੇ ਵਿੱਚ ਪੰਜਵੇਂ ਪੈਰਾ ਦੇ ਵਿੱਚ ਆਉਂਦਾ ਹੈ। ਜਿੱਥੇ ਉਹ ਪੈਰਾ ਸਟਾਰਟ ਹੁੰਦਾ ਹੈ ਤਾਂ ਕੰਪਲੈਕਸ ਇਜ਼ ਐਕਚੁਅਲੀ 2 buildings linked by bridges across a shady glass roofed atrium open to the breezes। ਠੀਕ ਹੈ, ਆਹ ਵਾਲਾ ਪੈਰਾ ਹੈਗਾ। ਹੁਣ ਇਹਦੇ ਚੋਂ ਲੱਭੋ ਕਿ ਆਫਿਸਿਸ ਦੇ ਵਿੱਚੋਂ ਹਵਾ ਕਿੱਥੋਂ ਨਿਕਲਦੀ ਹੈ। ਓਕੇ The fans suck fresh air in the atrium, blow it upstairs through hollow spaces under the floors and from there into each office through baseboard vents। ਤੇ ਕਿਹੜੀ ਚੀਜ਼ ਆਫਿਸਿਸ ਦੇ ਵਿੱਚ ਹਵਾ ਪਹੁੰਚਾਉਂਦੀ ਪਈ ਹੈ? ਤਾਂ ਵੈਂਟਸ ਆ ਗਿਆ, ਵੈਰੀ ਗੁੱਡ, ਸਹੀ ਹੈ। ਜਿਨ੍ਹਾਂ ਨੇ ਲਾਇਆ ਕਿ ਉਹ ਹਵਾ ਕਿੱਥੋਂ ਪਹੁੰਚਦੀ ਪਈ ਹੈ? ਬੇਸਬੋਰਡ ਵੈਂਟਸ ਤੋਂ ਹਵਾ ਪਹੁੰਚਦੀ ਪਈ ਹੈ ਆਫਿਸਿਸ ਦੇ ਵਿੱਚ। ਹੁਣ ਉਹਨੇ ਪੁੱਛਿਆ ਕੀ ਹੈ? ਅਗਲੀ ਚੀਜ਼ ਕੀ ਪੁੱਛੀ ਹੈ? The warm air leaves the building through। ਗਰਮ ਹਵਾ ਬਿਲਡਿੰਗ ਦੇ ਵਿੱਚੋਂ ਨਿਕਲਦੀ ਹੈ ਕਿਹੜੀ ਥਾਂ ਤੋਂ? ਉਸੇ ਪੈਰਾ ਦੇ ਵਿੱਚ ਪੜੋ ਕਿਤੇ ਲਿਖਿਆ ਹੋਵੇ। ਵੈਰੀ ਗੁੱਡ, ਉਸੇ ਹੀ ਪੈਰਾ ਦੀ ਲਾਸਟ ਲਾਈਨ as it rises and warms, ਮਤਲਬ 에ਅਰ ਦੀ ਗੱਲ ਕਰਦਾ ਪਿਆ। ਜਿਵੇਂ ਹੀ ਉਹ 에ਅਰ ਵਾਰਮ ਹੁੰਦੀ ਹੈ, ਕੀਵਰਡ ਮੈਚ ਕਰਕੇ as it rises and warms ਤਾਂ ਕੀ ਹੁੰਦਾ ਹੈ? वो कहना कि सीलिंग वेंट्स एंड फाइनली एग्जिट्स थ्रू 48 ब्रिक चिमनीज। वैसे आंसर क्या होगा? चिमनीज या ब्रिक चिमनीज। गुरप्रीत आप बड़ा करो, आकर बोलना ना जनरल वाला भी लेता है। 48 भी लिखा है उन्होंने, कितने देते यूज नो मोर देन 3 वर्ड्स, तो 48 चिमनीज लग दूंगा। उसको ओके हाँ सही है। हाँ भी वो मतलब जो न्यूमेरिक से लिखा है तो एक वर्ड प्लस न्यूमेरिक फॉर्म वो 1 वर्ड काउंट होगी। उसको क्वेश्चन नंबर 8, हीट फ्रॉम द सन इज प्रिवेंटेड फ्रॉम रीचिंग द विंडोज बाय डैश। ਜਿਹੜੀ सूरज ਤੋਂ ਆਉਂਦੀ ਹੋਈ ਹੀਟ ਹੈ ਉਹਨੂੰ ਰੋਕਿਆ ਜਾ ਰਿਹਾ ਹੈ ਟੂ ਰੀਚ, ਪਹੁੰਚਣ ਤੋਂ, ਵਿੰਡੋਜ਼ ਤੇ ਪਹੁੰਚਣ ਤੋਂ ਕਿੱਦਾਂ ਰੋਕਿਆ ਜਾ ਰਿਹਾ ਉਸ ਹੀਟ ਨੂੰ? ਪਹਿਲਾਂ ਤਾਂ ਲੱਭੋ ਕਿ ਕਿੱਥੇ ਵਿੰਡੋਜ਼ ਤੇ ਹੀਟ ਪਹੁੰਚਦੀ ਪਈ ਉਹਦੀ ਗੱਲ ਕੀਤੀ ਹੋਵੇ। ਓਕੇ ਉਸ ਤੋਂ ਨੈਕਸਟ ਪੈਰਾਗ੍ਰਾਫ ਦੇ ਵਿੱਚ ਇਹਨੂੰ ਨਹੀਂ ਲਿਖਿਆ ਹੋਵੇ। ਓਕੇ ਹਾਂ ਠੀਕ ਹੈ, ਜਿਹੜਾ ਸਿੰਗਲ ਲਾਈਨ ਪੈਰਾਗ੍ਰਾਫ ਹੁੰਦਾ ਹੈ ਜਿੱਥੇ ਲਿਖਿਆ 25% ਆਫ ਆਊਟਸਾਈਡ ਇਜ਼ ਗਲਾਸ। ਟੂ ਕੀਪ ਦ ਹਾਰਸ਼ high-yield sun from heating the interior, no more than 25% of the outside is glass। ਜਿਵੇਂ ਆਪਣੇ ਇੰਡੀਆ ਦੇ ਵਿੱਚ ਕਈ ਲੋਕਾਂ ਨੇ ਸ਼ੁਰੂ ਕਰਤਾ ਕਿ ਪੂਰੀ ਬਿਲਡਿੰਗ ਹੀ ਸ਼ੀਸ਼ੇ ਦੀ ਬਣਾ ਦਿੰਦੇ ਆ
ਕਿ ਉਹ ਸੋਹਣੀ ਲੱਗਦੀ ਹੈ। ਉਹ ਕਹਿੰਦਾ ਕਿ ਉਸ ਗਰਮੀ ਨੂੰ ਅੰਦਰ ਆਉਣ ਤੋਂ ਰੋਕਣ ਲਈ ਕੀ ਹੈ 25% ਤੋਂ ਜ਼ਿਆਦਾ ਹਿੱਸਾ ਸ਼ੀਸ਼ੇ ਨਾਲ ਨਹੀਂ ਬਣਾਇਆ ਜਾਂਦਾ। ਕਿਸੇ ਨੂੰ ਪਤਾ ਕਿਉਂ? ਥੋੜੇ ਦਿਨ ਪਹਿਲਾਂ ਵੀ ਮੈਂ ਦੱਸਿਆ ਸੀ ਗ੍ਰੀਨ ਹਾਊਸ ਇਫੈਕਟ ਜਦੋਂ ਦੱਸਦਾ ਪਿਆ ਸੀ ਕਿ ਜਿੰਨਾ ਜ਼ਿਆਦਾ ਸ਼ੀਸ਼ਾ ਹੋਊਗਾ ਉਹਦੇ 'ਚ ਹੀਟ ਅੰਦਰ ਆਈ ਜਾਊਗੀ। ਸ਼ੀਸ਼ਾ ਹੀਟ ਅੰਦਰ ਦਾ ਆਉਣ ਦਿੰਦਾ ਹੈ, ਹੀਟ ਨੂੰ ਬਾਹਰ ਨਹੀਂ ਜਾਣ ਦਿੰਦਾ, ਉਹਨੂੰ ਹੀਟ ਨੂੰ ਟਰੈਪ ਕਰ ਲੈਂਦਾ ਹੈ। ਇਹੀ ਗੱਲ ਗਲੋਬਲ ਵਾਰਮਿੰਗ ਸਮਝਾਉਂਦੇ ਜਦੋਂ ਮੈਂ ਤੁਹਾਨੂੰ ਤੁਹਾਡੀਆਂ ਗੱਡੀਆਂ ਦੀ ਐਕਸਪਲੇਨੇਸ਼ਨ ਦਿੱਤੀ ਸੀਗੀ ਕਿ ਕਾਰਸ ਬਹੁਤ ਜ਼ਿਆਦਾ ਗਰਮ ਹੋ ਜਾਂਦੀਆਂ, ਉਦੋਂ ਵੀ ਦੱਸੀ ਸੀ। ਤਾਂ ਉਹ ਕਹਿੰਦਾ ਕਿ 25% ਤੋਂ ਜ਼ਿਆਦਾ ਹਿੱਸਾ ਸ਼ੀਸ਼ੇ ਦਾ ਨਹੀਂ ਬਣਦਾ। ਓਕੇ, ਐਂਡ ਵਿੰਡੋਜ਼ ਆਰ ਸਕਰੀਨਡ ਬਾਈ ਸੀਮੈਂਟ ਆਰਚਸ। ਤਾਂ ਵਿੰਡੋਜ਼ ਨੂੰ ਸਕਰੀਨ ਕਰ ਦਿੱਤਾ ਜਾਂਦਾ, ਮਤਲਬ ਵਿੰਡੋਜ਼ ਨੂੰ ਕਵਰ ਕਰ ਦਿੱਤਾ ਗਿਆ ਕਾਹਦੇ ਨਾਲ? ਸਕਰੀਨ ਆਰਚਸ ਦੇ ਨਾਲ। ਤਾਂ ਆਨਸਰ ਸੌਰੀ ਸੀਮੈਂਟ ਆਰਚਸ ਦੇ ਨਾਲ। ਤਾਂ ਬਣ ਗਿਆ ਆਨਸਰ ਸੀਮੈਂਟ ਆਰਚਸ। ਵੈਸੇ ਉਹ ਆਰਚਸ ਨਹੀਂ ਕਹਿੰਦੇ, ਆਰਚ ਕਹਿੰਦੇ, ਠੀਕ ਹੈ, ਆਰਚ, ARCHES। ਹੁਣ ਇਹ ਆਰਚ ਕੀ ਹੁੰਦੀ ਹੈ? ਤੁਸੀਂ ਦੇਖਿਆ ਹੋਊਗਾ ਅੱਜ ਕੱਲ੍ਹ ਮਤਲਬ ਆਪਣੇ ਜਿਹੜੇ ਡਿਜ਼ਾਈਨਰ ਹੋਮਸ ਬਣਦੇ ਆ ਉਹਨਾਂ ਦੇ ਬਾਹਰ ਮਤਲਬ ਥੋੜਾ ਜਿਹਾ ਉੱਪਰ ਛੱਤੀ ਜੀ ਵਾਧਾ ਜਿਹਾ ਬਣਾ ਕੇ ਗੋਲ ਜਿਹਾ ਬਣਾਤਾ ਜਾਂ ਕੁਝ ਵੀ ਬਣਾਤਾ, ਉਹਨੂੰ ਆਰਚ ਕਹਿੰਦੇ ਆ। ਐਨ ਆਰਚ ਇਜ਼ ਯੂਜੂਅਲੀ ਪਾਰਟ ਆਫ ਅ ਸਰਕਲ, ਠੀਕ ਹੈ, ਸਰਕੂਲਰ ਫਾਰਮ ਦੇ ਵਿੱਚ ਹੀ ਹੁੰਦੀ ਹੈ ਆਰਚ। ਉਸ ਤੋਂ ਅੱਗੇ when the outside temperature drops dash bring air in from outside। ਜਦੋਂ ਕਹਿੰਦੇ ਬਾਹਰਲਾ ਟੈਂਪਰੇਚਰ ਡਿੱਗ ਜਾਂਦਾ ਨਾ, ਡੈਸ਼ ਬ੍ਰਿੰਗ 에ਅਰ ਇਨ ਫਰੋਮ ਆਊਟਸਾਈਡ। ਕੋਈ ਇੱਕ ਚੀਜ਼ ਬਾਹਰੋਂ ਹਵਾ ਲੈ ਕੇ ਆਉਂਦੀ ਹੈ ਅੰਦਰ। ਉਹ ਕਿਹੜੀ ਚੀਜ਼ ਅੰਦਰ ਲੈ ਕੇ ਆਉਂਦੀ ਹਵਾ? ਉਹ ਦੇਖੋ। ਉਸ ਤੋਂ ਨੈਕਸਟ ਪੈਰਾ ਦੇ ਵਿੱਚ ਕੀ ਬਣੂਗਾ ਆਨਸਰ ਇਹਦਾ? ਤੁਸੀਂ ਕੀ ਬੋਲੇ? ਸਹੀ ਆਨਸਰ ਬਿਗ ਫੈਨ। ਕਿੱਥੇ ਲਿਖਿਆ ਹੋਇਆ ਹੈ? ਨੈਕਸਟ ਪੈਰਾ ਬਿਲਕੁਲ ਪਹਿਲੀ ਲਾਈਨ ਦੇ ਵਿੱਚ ਦਿੱਤਾ ਹੋਇਆ ਹੈ ਕਿ during summer school nights big fans flush air through the building 7 times an hour to chill the hollow floors। ਕਿ ਮਤਲਬ ਉਹ ਜਿਹੜੇ hollow ਦਾ ਮਤਲਬ ਖੋਖਲੇ, ਉਹ ਜਿਹੜੀਆਂ ਖੋਖਲੀਆਂ ਉਹਦੀਆਂ ਬਿਲਡਿੰਗ ਦੀਆਂ ਮੰਜ਼ਿਲਾਂ ਹੈਗੀਆਂ, ਫਲੋਰਸ ਦਾ ਮਤਲਬ ਮੰਜ਼ਿਲਾਂ, ਤਾਂ ਉਹਨਾਂ ਮੰਜ਼ਿਲਾਂ ਨੂੰ ਮਤਲਬ ਉਹਨਾਂ ਵਿੱਚੋਂ ਹਵਾ ਕੱਢਣ ਦੇ ਲਈ 1 ਘੰਟੇ ਦੇ ਵਿੱਚ 7 ਵਾਰ ਉਹ ਵੱਡੇ ਪੱਖੇ ਚਲਾਏ ਜਾਂਦੇ ਆ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੋ ਗਿਆ? ਫਿਰ ਇੱਥੇ ਕੀ ਆ ਗਿਆ? ਬਿਗ ਫੈਨਸ ਆ ਗਿਆ। ਉਸ ਤੋਂ ਅੱਗੇ on cold days dash raise the temperature in the offices। ਠੰਡੇ ਦਿਨਾਂ 'ਚ ਕੀ ਹੁੰਦਾ ਹੈ? ਡੈਸ਼ ਚੀਜ਼ ਟੈਂਪਰੇਚਰ ਵਧਾ ਦਿੰਦੀ ਹੈ। ਉਹ ਕੀ ਹੋ ਗਿਆ? ਹੀਟਰਸ ਔਰ ਸਮਾਲ ਹੀਟਰ। ਉਸੇ ਹੀ ਮਤਲਬ ਪੈਰਾ ਦੀ ਲਾਸਟ ਲਾਈਨ 'ਚ for winter days there are small heaters in the vents। ਆ ਵੀ ਕੰਪਲੀਟ ਹੋ ਗਿਆ। ਉਸ ਤੋਂ ਅੱਗੇ which 3 parts of the east gate reflect important features of Zimbabwe's history and culture। ਜ਼ਿੰਬਾਬਵੇ ਦੀ ਹਿਸਟਰੀ ਐਂਡ ਕਲਚਰ ਦੇ ਕਿਹੜੇ ਸੌਰੀ ਜ਼ਿੰਬਾਬਵੇ ਦੀ ਹਿਸਟਰੀ ਤੇ ਕਲਚਰ ਨੂੰ ਕਿਹੜੇ 3 ਮਤਲਬ ਉਸ ਬਿਲਡਿੰਗ ਦੇ ਹਿੱਸੇ ਸ਼ੋ ਕਰਦੇ ਆ? ਤਾਂ ਦੇਖੋ ਜ਼ਿੰਬਾਬਵੇ ਦੀ ਹਿਸਟਰੀ ਤੇ ਕਲਚਰ ਕਿੱਥੇ ਲਿਖਿਆ ਹੋਇਆ ਹੈ? ਸੈਕਿੰਡ ਲਾਸਟ ਪੈਰਾਗ੍ਰਾਫ, ਇਹਨੂੰ ਪੂਰਾ ਪੜ੍ਹਨਾ ਪਊਗਾ। ਪੀਅਰਸ disdaining smooth like glass skins as igloos in the Sahara। ਇਹਨੂੰ ਅੰਡਰਲਾਈਨ ਕਰ ਦੋ। ਕਹਿੰਦਾ ਕਿ disdaining, ਮੈਨੂੰ ਨਹੀਂ ਪਤਾ ਇਹਦਾ ਮਤਲਬ ਕਿੰਨਾ ਹੈ। smooth glass skins as igloos in the Sahara। ਸਹਾਰਾ ਕੀ ਹੈ? ਸਹਾਰਾ ਕੀ ਪਤਾ ਕਿਸੇ ਨੂੰ? ਡੈਜ਼ਰਟ ਹੈ। ਜਿਹੜਾ ਅਰਥ ਦਾ ਸਭ ਤੋਂ ਵੱਡਾ ਡੈਜ਼ਰਟ ਹੈ ਅਫਰੀਕਾ ਦੇ ਵਿੱਚ, ਉਹਦਾ ਨਾਮ ਹੈ ਸਹਾਰਾ ਡੈਜ਼ਰਟ। ਇਗਲੂ ਕੀ ਹੁੰਦਾ ਹੈ? ਬਰਫ਼ ਵਾਲੇ ਘਰ ਜਿਹੜੇ। ਵੈਰੀ ਗੁੱਡ। ਤੋਂ ਕੀ ਕਹਿੰਦਾ ਕਿ ਸਮੂਥ ਗਲਾਸ skins as igloos in the Sahara। ਉਹ ਜਿਹੜਾ ਸਮੂਥ ਗਲਾਸ ਹੈ ਉਹ ਦੇਖਣ ਨੂੰ ਇਦਾਂ ਲੱਗਦਾ ਹੈ ਜਿਵੇਂ ਇਗਲੂ ਹੈ ਸਹਾਰਾ ਦਾ। ਐਂਡ ਦੈਨ ਉਸ ਤੋਂ ਬਾਅਦ ਨੈਕਸਟ ਕੀ? ਇਹਨੂੰ ਅੰਡਰਲਾਈਨ ਕਰ ਲਓ, ਇੱਥੋਂ ਆਨਸਰ ਬਣਦਾ ਵੇ। ਨਹੀਂ, ਇੱਥੋਂ ਆਨਸਰ ਨਹੀਂ ਬਣਦਾ ਹੋਗਾ, ਇੱਥੋਂ ਆਨਸਰ ਨਹੀਂ ਬਣਦਾ। ਉਸ ਤੋਂ ਅਗਲਾ ਦੇਖੋ with its exposed girders and pipes spiky, the design of the entrance is based on the porcupine's quill headdresses of the local Shona tribe। ਉੱਥੋਂ ਦੀ ਲੋਕਲ ਸ਼ੋਨਾ ਟ੍ਰਾਈਬ ਉਹਨਾਂ ਦੇ ਹੈਡ ਕੀ ਕਹਿੰਦਾ ਉਹ ਹੈਡ ਡਰੈਸਸ। ਹੁਣ ਤੁਸੀਂ ਦੇਖਿਆ ਹੋਊਗਾ ਆਦੀਵਾਸੀ ਵਗੈਰਾ ਟੀਵੀ ਵਗੈਰਾ ਤੇ ਦੇਖੇ ਹੋਣਗੇ ਤੁਸੀਂ, ਉਹ ਜਾਂ ਕਾਰਟੂਨ 'ਚ ਦੇਖੇ ਹੋਣਗੇ, ਉਹ ਆਪਣੇ ਉਹਦੇ ਉੱਪਰ ਨਾ ਸਿਰ ਦੇ ਉੱਪਰ ਉਹ ਪਾਉਂਦੇ ਆ ਟੋਪੀ ਜੀ, ਉਹਦੇ ਉੱਪਰ ਕੰਡੇ 'ਚ ਲੱਗੇ ਹੁੰਦੇ ਆ। ਪੋਰਕਿਊਪਾਈਨ ਕੀ ਹੁੰਦਾ? ਪੋਰਕਿਊਪਾਈਨ ਪੋਰਕਿਊਪਾਈਨ ਕੀ ਹੁੰਦਾ ਹੈ ਯਾਰ? ਇਹਦਾ ਨਾ ਇੰਗਲਿਸ਼ 'ਚ ਇੱਕ ਹੋਰ ਵਰਡ ਮੈਨੂੰ ਯਾਦ ਆਉਂਦਾ। ਓਕੇ, ਹਿੰਦੀ 'ਚ ਕਹਿੰਦੇ ਇਹਨੂੰ ਚੁਚੁੰਦਰ। ਸੁਣਿਆ ਕੀ ਹੁੰਦਾ ਹੈ?
ਚੂਹੇ ਵਰਗੇ ਹੁੰਦੇ ਹੈਜਹੌਗ, ਹਾਂ ਇੰਗਲਿਸ਼ 'ਚ ਇੱਕ ਹੋਰ ਵਰਡ ਆਉਂਦਾ ਹੈਜਹੌਗ। ਕੀ ਹੁੰਦੇ ਆ ਇਹ ਜਾਨਵਰ, ਕਿੱਦਾਂ ਦੇ ਹੁੰਦੇ ਖੁਸ਼ੀ? ਇਹਨੇ ਬੱਚੇ ਨੇ ਕਿਹਾ ਚੂਹੇ ਵਰਗੇ ਹੁੰਦੇ, ਖੁਸ਼ੀ ਕਿੱਦਾਂ ਦੇ ਹੁੰਦੇ? ਹਾਂ ਉਹਨਾਂ ਦੀ ਸਕਿਨ ਦੇ ਉੱਪਰ ਕੰਡੇ ਹੁੰਦੇ, ਉਹ ਕੰਡੇ ਕੀ ਹੁੰਦੇ? ਕੁਇਲਸ ਹੁੰਦੇ ਆ। ਆ ਇੱਥੇ ਜਿਹੜਾ ਵਰਡ ਲਿਖਿਆ ਹੈ ਕੁਇਲ, ਤਾਂ ਉਹ ਕਹਿੰਦਾ ਕਿ ਉਹਨਾਂ ਦੀ ਹੈ ਨਾ ਡਰੈਸਿਸ ਇਦਾਂ ਦੀ, ਉਹਨਾਂ ਦੇ ਡਰੈਸ ਦੇ ਉੱਪਰ ਕੰਡੇ ਕੰਡੇ ਆ, ਸਿਰਫ ਬਿਲਕੁਲ ਉਦਾਂ ਜਿੱਦਾਂ ਮਤਲਬ ਉਹ ਜਿਹੜਾ ਜਾਨਵਰ ਹੈਗਾ ਚੂਹੇ ਵਰਗਾ, ਉਹਦੀ ਬਾਡੀ ਦੇ ਉੱਪਰ ਉਹ ਕੰਡੇ ਕੰਡੇ ਹੁੰਦੇ ਆ। ਠੀਕ ਹੈ, ਕੁਇਲ ਮਤਲਬ ਸੌਰੀ ਕੁਇਲ ਮਤਲਬ ਉਹ ਕੰਡੇ ਕੰਡੇ ਟਾਈਪ ਪੋਰਕਿਊਪਾਈਨ, ਉਹ ਜਾਨਵਰ ਜਿਹਨੂੰ ਚੁਕੰਦਰ ਕਹਿੰਦੇ ਆ ਹਿੰਦੀ ਦੇ ਵਿੱਚ, ਪੰਜਾਬੀ 'ਚ ਵੀ ਇਦਾਂ ਦਾ ਹੀ ਕੁਝ ਕਹਿੰਦੇ ਆ ਉਹ। ਤਾਂ ਆ ਅੰਡਰਲਾਈਨ ਹੋ ਗਿਆ। ਹੁਣ ਉਹਨੇ ਪਾਰਟਸ ਆਫ ਦਾ ਬਿਲਡਿੰਗ ਪੁੱਛਿਆ ਹੈ, ਤਾਂ ਐਂਟਰੈਂਸ ਆ ਜਾਊਗਾ ਫਿਰ ਉਸ ਹਿਸਾਬ ਨਾਲ। ਉਹ ਕਹਿੰਦਾ ਐਂਟਰੈਂਸ ਇਦਾਂ ਦੀ ਲੱਗਦੀ ਹੈ ਜਿੱਦਾਂ ਉਸ ਟ੍ਰਾਈਬ ਦੇ ਲੋਕਾਂ ਨੇ ਉਹ ਟੋਪੀ ਪਾਈ ਹੁੰਦੀ ਹੈ ਕੰਡਿਆਂ ਵਾਲੀ। ਤਾਂ ਉਹਨਾਂ ਨੇ ਬਿਲਡਿੰਗ ਦਾ ਪਾਰਟ ਪੁੱਛਿਆ ਕਿ ਕਿਹੜਾ ਬਿਲਡਿੰਗ ਦਾ ਪਾਰਟ ਉਦਾਂ ਦਾ ਲੱਗਦਾ ਹੈ। ਠੀਕ ਹੈ, ਤਾਂ ਐਂਟਰੈਂਸ ਲੱਗਦੀ ਸੀ ਉਹਨਾਂ ਵਰਗੀ। ਪਹਿਲਾਂ ਤਾਂ ਐਂਟਰੈਂਸ ਨੂੰ ਟਿਕ ਮਾਰੋ, ਫਿਰ ਅੱਗੇ ਵਧਦੇ ਹਾਂ। ਐਲੀਵੇਟਰਸ ਆਰ ਡਿਜ਼ਾਈਨਡ ਟੂ ਲੁੱਕ ਲਾਈਕ ਮਾਈਨ ਸ਼ਾਫਟ ਕੇजेस ਯੂਜ਼ਡ ਇਨ ਜ਼ਿੰਬਾਬਵੇਜ਼ ਡਾਇਮੰਡ ਮਾਈਨਸ। ਕਹਿੰਦਾ ਐਲੀਵੇਟਰ ਨੂੰ ਇਦਾਂ ਡਿਜ਼ਾਈਨ ਕੀਤਾ ਗਿਆ ਕਿ ਉਹ ਮਾਈਨ ਸ਼ਾਫਟ ਕੇजेस ਵਰਗੇ ਲੱਗਦੇ ਆ। ਮਾਈਨਸ ਕੀ ਹੁੰਦੀਆਂ? ਖਾਨਾ ਜਾਂ ਖਦਾਨਾ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਮਤਲਬ ਖੁੱਡਾਂ ਜਿਹੀਆਂ ਪੁੱਟਦੇ ਬਹੁਤ ਡੂੰਘਾਈ ਤੱਕ ਜਾਂਦੇ, ਉੱਥੋਂ ਧਰਤੀ ਦੇ ਥੱਲੇ ਚੀਜ਼ਾਂ ਲੱਭ ਕੇ ਲਿਆਉਂਦੇ, ਸੋਨਾ ਹੋ ਗਿਆ ਜਾਂ ਕੋਲਾ ਹੋ ਗਿਆ, ਕੁਝ ਵੀ ਇਦਾਂ ਦਾ। तो कहता कि जिम्बाब्वे ਦੀਆਂ डायमंड माइंस वर्गियां एलिवेटर्स बनाई है। एलिवेटर्स मतलब व्हाट इज एन एलिवेटर? अब तो ये यार मॉल च काम करते हैं। वेरी गुड, गलत है। एलिवेटर्स मतलब लिफ्ट। हाँ, एलिवेटर्स का मतलब लिफ्ट। ਜਿਹੜੇ ਤੁਸੀਂ ਗਈ ਹੈ ਨਾ ਤਾਂ ਨੂੰ ਜਾਣ ਵਾਲੇ ਪੌੜੀਆਂ ਜਿਹੜੀਆਂ, ਦੇ ਆਰ ਕਾਲਡ ਐਸਕੇਲੇਟਰਸ। ਠੀਕ ਹੈ, ਐਸਕੇਲੇਟਰਸ ਉਹ ਪੌੜੀਆਂ ਹੁੰਦੀਆਂ, ਐਲੀਵੇਟਰਸ ਉਹ ਲਿਫਟ ਨੂੰ ਕਹਿੰਦੇ ਆ। ਤੇ ਕਹਿੰਦਾ ਲਿਫਟਾਂ ਇਦਾਂ ਬਣਾਈਆਂ ਜਿਵੇਂ ਉਹ ਖਦਾਨ ਦੇ ਵਿੱਚ ਉਹ ਜਾਂਦੇ ਸੀਗੇ ਕੇਜ ਵਾਲੇ ਮਾਈਨ ਦੇ ਉਹ। ਤਾਂ ਸੈਕਿੰਡ ਆਨਸਰ ਕੀ ਬਣੂਗਾ? ਕੇजेस ਕੌਣ ਕਹਿੰਦਾ? ਵੈਰੀ ਗੁੱਡ। ਉਹਨਾਂ ਨੇ ਬਿਲਡਿੰਗ ਦਾ ਪਾਰਟ ਪੁੱਛਿਆ ਕਿਹੜਾ ਹੈ, ਤਾਂ ਕਿਹੜੀ ਚੀਜ਼ ਕੇजेस ਵਰਗੀ ਬਣਾਈ ਹੋਈ ਹੈ? ਐਲੀਵੇਟਰ। ਹੁਣ ਪਿਛਲੀ ਵਾਰ ਵੀ ਬੱਚਿਆਂ ਨੇ ਇਹੀ ਗਲਤੀ ਕੀਤੀ ਹੋਈ ਸੀਗੀ। ਉਹਨਾਂ ਨੇ ਕੀ ਕੀਤਾ? ਕੁਇਲ ਨੂੰ ਆਨਸਰ ਲਾਇਆ, ਜਦ ਕਿ ਨਹੀਂ। ਉਹਨਾਂ ਨੇ ਪੁੱਛਿਆ ਕਿ ਬਿਲਡਿੰਗ ਦਾ ਕਿਹੜਾ ਹਿੱਸਾ ਕਿਹਦੇ ਵਰਗਾ ਲੱਗਦਾ, ਉਹਦੇ 'ਚ ਲਿਖਿਆ ਹੈ ਕਿ ਐਂਟਰੈਂਸ ਜਿਹੜੀ ਕੁਇਲ ਵਰਗੀ ਲੱਗਦੀ ਹੈ, ਤਾਂ ਆਨਸਰ ਕੀ ਬਣਿਆ? ਐਂਟਰੈਂਸ। ਠੀਕ ਹੈ, ਦੂਸਰੇ 'ਚ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਐਲੀਵੇਟਰਸ ਹਨ ਉਹ ਕੇजेस ਵਰਗੇ ਲੱਗਦੇ ਆ। ਤਾਂ ਆਨਸਰ ਇੱਥੇ ਐਲੀਵੇਟਰਸ ਆਉਣਾ ਕਿਉਂਕਿ ਉਸ ਬਿਲਡਿੰਗ ਦਾ ਪਾਰਟ ਕੀ ਹੈ? ਐਲੀਵੇਟਰਸ ਹੈ। ਤਾਂ ਡੀ ਡੌਗ ਆਨਸਰ ਆ ਗਿਆ। ਦੈਨ ਉਸ ਤੋਂ ਅੱਗੇ ਹੋਰ ਕੀ ਬਚਿਆ? ਫਿਰ ਆਈ ਥਿੰਕ ਫੈਨ ਕਵਰ ਹੀ ਬਚੂਗਾ, ਹੋਰ ਇੱਕ ਆਨਸਰ वो पढ़ लेने। The shape of the fan covers and the stone used in their construction are echoes of Great Zimbabwe, the ruins that gave the country its name। कहना कि ये मतलब जेडे फैन कवर्स हैगे है ते जेड़ा पत्थर ओदी कंस्ट्रक्शन ਲਈ ਬਣਾਇਆ ਗਿਆ ਹੈ ਉਹ ਈਕੋ ਹੈ ਗ੍ਰੇਟ ਜ਼ਿੰਬਾਬਵੇ ਦੀ। ਈਕੋ ਵੈਸੇ ਕੀ ਹੁੰਦੀ ਹੈ? ਸਾਊਂਡ ਈਕੋ। ਜਿਵੇਂ ਹੁਣ ਤੁਸੀਂ ਕਿਤੇ ਬਹੁਤ ਖੁੱਲੀ ਜਿਹੀ ਜਗ੍ਹਾ ਤੇ ਜਾਂ ਇੱਕ ਵੱਡੇ ਕਮਰੇ ਦੇ ਵਿੱਚ ਹਾਲ ਦੇ ਵਿੱਚ ਖੜੇ ਹੋ ਕੇ ਬੋਲਦੇ ਹੋ, ਕੁਝ ਆਵਾਜ਼ ਤੁਹਾਨੂੰ 2-3 ਵਾਰ ਸੁਣਦੀ ਹੈ, ਉਹ ਈਕੋ ਹੁੰਦੀ ਹੈ। ਠੀਕ ਹੈ, ਤੇ ਇਹ ਇੱਥੇ ਦਾ ਮਤਲਬ ਕੀ ਹੈ ਕਿ ਇਹ ਪੱਥਰ ਜਿਹੜਾ ਜਾਂ ਉਹ ਫੈਨ ਕਵਰ ਜਿਹੜੇ ਬਣਾਏ ਗਏ ਉਹ ਉਸ ਟਾਈਮ ਦੀ ਇੱਕ ਰਿਫਲੈਕਸ਼ਨ ਹੈ, ਉਸ ਟਾਈਮ ਨੂੰ ਸ਼ੋਅ ਕਰਦੇ ਆ, ਜਿਨ੍ਹਾਂ ਕਰਕੇ ਕੰਟਰੀ ਦਾ ਨਾਮ ਪਿਆ। ਰੂਇਨਸ ਕੀ ਹੁੰਦੇ ਆ? ਤਬਾਹ ਹੋਈਆਂ ਥਾਵਾਂ। ਰੂਇਨ ਨੂੰ ਐਜ਼ ਅ ਵਰਬ ਯੂਜ਼ ਕਰਦੇ ਪਏ ਤਾਂ ਮਤਲਬ ਤਬਾਹ ਹੋ ਜਾਣਾ। ਠੀਕ ਹੈ, ਰੂਇਨ ਨੂੰ ਐਜ਼ ਅ ਮਤਲਬ ਨਾਉਨ ਯੂਜ਼ ਕੀਤਾ ਜਾ ਰਿਹਾ ਹੈ, ਤਾਂ ਮਤਲਬ ਉਸ ਜਗ੍ਹਾ ਦਾ ਨਾਮ ਜਿਹੜੀ ਤਬਾਹ ਹੋਈ ਪਈ ਹੈ। ਠੀਕ ਹੈ, ਜਿੱਥੇ ਖੰਡਰ ਬਣੇ ਪਏ ਆ। ਰੂਇਨਸ ਮਤਲਬ ਖੰਡਰ ਕਹਿ ਸਕਦੇ ਤੁਸੀਂ। तो आंसर बनते पे सी इन्हों दे। थर्ड दा एग्जैक्ट आंसर मैं ए लगाऊंगा, रेस्ट इट डिपेंड्स ऑन यू।